ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਭਗਤ ਕਬੀਰ ਜੀ। ਵਿਆਖਿਆ। ਕਬੀਰ ਸੁਖ ਨਾਏ ਜੁਗ ਕਰੇ ਜੋ ਬਹੁਤੇ ਮੀਤ, ਜੋ ਚਿਤ ਰਾਖੈ ਏਕ ਸਿਉ ਤੇ ਸੁਖ ਪਾਵਹਿ ਨੀਤ। ਹੇ ਕਬੀਰ, ਦੀਨ ਵਿਸਾਰ ਕੇ ਪਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁੱਤਰ ਇਸਤਰੀ ਧਨ ਮਿਲਖ ਆਦਿਕ ਕਈ ਮਿੱਤਰ ਬਣਾ ਰਿਹਾ ਹੈ, ਇਸ ਮਨੁੱਖਾ ਜਨਮ ਵਿੱਚ ਇਹਨਾਂ ਮਿੱਤਰਾਂ ਤੋਂ ਸੁੱਖ ਨਹੀਂ ਮਿਲੇਗਾ। ਸਿਰਫ ਉਹ ਮਨੁੱਖ ਸਦਾ ਸੁੱਖ ਮਾਣਦੇ ਹਨ ਜੋ ਦੁਨੀਆ ਵਿੱਚ ਵਰਤਦੇ ਹੋਏ ਵੀ ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਦੁਨੀਆ ਦੀ ਖਾਤਰ ਦੀਨ ਨੂੰ ਵਿਸਾਰ ਕੇ ਮਨੁੱਖ ਧਨ ਪਦਾਰਥ ਪੁੱਤਰ ਇਸਤਰੀ ਆਦਿਕ ਕਈ ਮਿੱਤਰ ਬਣਾਉਂਦਾ ਹੈ ਅਤੇ ਇਹਨਾਂ ਤੋਂ ਸੁੱਖ ਦੀ ਆਸ ਰੱਖਦਾ ਹੈ। ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ। ਪਰ ਹੇ ਕਬੀਰ, ਜਿਸ ਮੋਹ ਦੇ ਤਿਆਗ ਰੂਪ ਮੌਤ ਤੋਂ ਜਗਤ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ। ਦੁਨੀਆ ਦੇ ਇਸ ਮੋਹ ਵੱਲੋਂ ਮਰਿਆ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ 'ਤੇ ਆਨੰਦ ਸਰੂਪ ਹੈ। ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪਟਨ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਜਿੱਧਰ ਤੱਕੋ ਦੁਨੀਆ ਦੀ ਖਾਤਰ ਹੀ ਦੌੜ ਭੱਜ ਹੈ। ਸੋ ਹੇ ਕਬੀਰ, ਚੰਗੇ ਭਾਗਾਂ ਨਾਲ ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾ ਖੋਲਦਾ ਫਿਰ। ਜਗਤ ਦੁਨੀਆ ਵਿੱਚ ਇਤਨਾ ਮਸਤ ਹੈ ਕਿ ਨਾਮ ਪਦਾਰਥ ਦੇ ਖਰੀਦਣ ਲਈ ਨਾ ਕੋਈ ਮੰਡੀ ਹੈ, ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾ ਇਹ ਕੋਈ ਵਸਤ ਖਰੀਦਣੀ ਚਾਹੁੰਦਾ ਹੈ ਤੇ ਨਾ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ ਕਿ ਦੁਨੀਆ ਨਾਲੋਂ ਪ੍ਰੀਤ ਤੋੜੇ। ਕਬੀਰ ਤਾਸਿਓ ਪ੍ਰੀਤ ਕਰ ਜਾ ਕੋ ਠਾਕੁਰ ਰਾਮ, ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ। ਹੇ ਕਬੀਰ, ਉਸ ਸਤਸੰਗੀ ਨਾਲ ਸਾਂਝ ਬਣਾ ਜਿਸ ਦਾ ਆਸਰਾ ਪਰਨਾ ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ। ਰਾਮ ਪਦਾਰਥ ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ, ਪਰ ਜਿਨ੍ਹਾਂ ਨੂੰ ਵਿਦਿਆ ਰਾਜ ਭੋਏ ਆਦਿਕ ਦਾ ਮਾਣ ਹੈ, ਜੋ ਦੁਨੀਆ ਦੇ ਵਪਾਰੀ ਹਨ, ਉਹ ਪੰਡਿਤ ਹੋਣ ਚਾਹੇ ਰਾਜੇ ਚਾਹੇ ਬੜੀ ਜ਼ਮੀਨ ਦੇ ਮਾਲਕ ਹੋਣ, ਕਿਸੇ ਕੰਮ ਨਹੀਂ ਆਉਂਦੇ। ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਿਧਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੰਡਾਏ। ਹੇ ਕਬੀਰ, ਦੁਨੀਆ ਵਾਲਾ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ। ਜਦ ਤੱਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ, ਦੁਨੀਆ ਵਾਲੀ ਦੁਬਿਧਾ ਮਿਟ ਨਹੀਂ ਸਕਦੀ। ਚਾਹੇ ਸੁਆਹ ਮਲ ਕੇ ਲੰਮੀਆਂ ਜਟਾਂ ਰੱਖ ਲੈ, ਚਾਹੇ ਉੱਕਾ ਹੀ ਸਿਰ ਰੋੜ ਮੋੜ ਕਰ ਲੈ ਅਤੇ ਜੰਗਲਾਂ ਦਾ ਤੀਰਥ 'ਤੇ ਜਾ ਕੇ ਡੇਰਾ ਲਾ ਲੈ। ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿਨ ਕਉ ਪੈਸ ਜੋ ਨਿਕਸ ਜਾਹੇ। ਹੇ ਕਬੀਰ, ਦੁਨੀਆ ਦਾ ਮੋਹ ਮਾਨੋ ਇੱਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ। ਇਸ ਵਿੱਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ, ਜਿਨ੍ਹਾਂ ਨੂੰ ਦੀਨ ਦੀ ਸੂਝ ਨਹੀਂ। ਚਾਹੇ ਉਹ ਪੰਡਿਤ ਰਾਜੇ ਭੂਪਤੀ ਹਨ, ਚਾਹੇ ਜਟਾਧਾਰੀ ਸੰਨਿਆਸੀ ਆਦਿਕ ਤਿਆਗੀ ਹਨ, ਪਰ ਮੈਂ ਉਹਨਾਂ ਤੋਂ ਸਦਕੇ ਹਾਂ ਜੋ ਇਸ ਵਿੱਚ ਡਿੱਗ ਕੇ ਮੁੜ ਨਿਕਲ ਆਉਂਦੇ ਹਨ, ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ ਦੁਨੀ ਦੇ ਮੋਹ ਨੂੰ ਤਿਆਗ ਦਿੰਦੇ ਹਨ। ਕਬੀਰ ਇਹ ਤਨ ਜਾਏਗਾ ਸਕੋ ਤਲੇ ਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ। ਹੇ ਕਬੀਰ, ਇਹ ਸਾਰਾ ਸਰੀਰ ਨਾਸ ਹੋ ਜਾਏਗਾ। ਜੇ ਤੁਸੀਂ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ। ਭਾਵ ਕੋਈ ਵੀ ਆਪਣੇ ਸਰੀਰ ਨੂੰ ਨਾਸ ਹੋਣ ਤੋਂ ਬਚਾ ਨਹੀਂ ਸਕਦਾ, ਇਹ ਜ਼ਰੂਰ ਨਾਸ ਹੋਵੇਗਾ। ਜਿਨ੍ਹਾਂ ਬੰਦਿਆਂ ਦੇ ਪਾਸ ਲੱਖਾਂ ਕਰੋੜਾਂ ਰੁਪਏ ਜਮ੍ਹਾਂ ਸਨ, ਉਹ ਵੀ ਇੱਥੋਂ ਨੰਗੀ ਪੈਰੀ ਹੀ ਭਾਵ ਕੰਗਾਲਾਂ ਵਾਂਗ ਹੀ ਚਲੇ ਗਏ। ਸਾਰੀ ਉਮਰ ਦੁਨੀਆ ਦੀ ਖਾਤਰ ਭਟਕਦੇ ਰਹੇ, ਦੀਨ ਨੂੰ ਵਿਸਾਰ ਦਿੱਤਾ। ਆਖਿਰ ਇਹ ਦੁਨੀਆ ਤਾਂ ਇੱਥੇ ਰਹਿ ਗਈ, ਇੱਥੋਂ ਆਤਮਿਕ ਜੀਵਨ ਵਿੱਚ ਨਿਰੋਲ ਕੰਗਾਲ ਹੋ ਕੇ ਤੁਰੇ। ਕਬੀਰ ਇਹੋ ਤਨ ਜਾਏਗਾ ਕਵਨੇ ਮਾਰਗ ਲਾਏ, ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਣ ਗਾਏ। ਹੇ ਕਬੀਰ, ਇਹ ਸਰੀਰ ਨਾਸ ਹੋ ਜਾਏਗਾ। ਇਸ ਨੂੰ ਕਿਸੇ ਉਸ ਕੰਮ ਵਿੱਚ ਜੋੜ ਜੋ ਤੇਰੇ ਲਈ ਲਾਹੇਵੰਦ ਹੋਵੇ। ਸੋ ਸਾਧ ਸੰਗਤ ਕਰ ਅਤੇ ਪ੍ਰਭੂ ਦੀ ਸਿਫਤ ਸਲਾਹ ਕਰ।
ਦੁਨੀ ਤਾਂ ਇੱਥੇ ਹੀ ਰਹਿ ਜਾਂਦੀ ਹੈ, ਦੀਨ ਹੀ ਸਾਥੀ ਬਣਦਾ ਹੈ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਵੀ न ਜਾਣਿਆ ਕੋਏ। ਐਸੇ ਮਰਨੇ ਜੋ ਮਰੇ, ਬਹੁਰ न ਮਰਨਾ ਹੋਏ। ਹੇ ਕਬੀਰ, ਨਿਰੀ ਦੁਨੀਆ ਦਾ ਵਪਾਰੀ ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ। ਨਿਰੀ ਮਾਇਆ ਦਾ ਵਪਾਰੀ ਕਿਸੇ ਧਿਰ ਨੂੰ ਵੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ। ਸਾਧ ਸੰਗਤ ਵਿੱਚ ਪ੍ਰਭੂ ਦੀ ਸਿਫਤ ਸਲਾਹ ਕਰਕੇ ਜੋ ਮਨੁੱਖ ਜਿਉਂਦਾ ਹੀ ਮਰਦਾ ਹੈ, ਦੁਨੀਆ ਵੱਲੋਂ ਮੋਹ ਤੋੜਦਾ ਹੈ, ਉਸ ਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨ ਬਾਰੈ ਬਾਰ। ਜਿਉ ਬਨ ਫਲ ਪਾ ਕੇ ਪੋਏ ਗਿਰੇ, ਬਹੁਰ ਨ ਲਾਗੇ ਡਾਰ। ਹੇ ਕਬੀਰ, ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਤੇ ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ ਦੁਨੀਆ ਵਿੱਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ ਤਾਂ ਮੁੜ ਮੁੜ ਨਹੀਂ ਮਿਲਦਾ। ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ ਜਦੋਂ ਜ਼ਮੀਨ ਉੱਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ। ਕਬੀਰਾ ਤੁਹੀ ਕਬੀਰ ਤੂੰ, ਤੇਰੋ ਨਾਉ ਕਬੀਰ। ਰਾਮ ਰਤਨ ਤਬ ਪਾਈਐ, ਜੋ ਪਹਿਲੇ ਤਜੇ ਸਰੀਰ। ਇਸ ਮਨੁੱਖਾ ਜਨਮ ਦਾ ਅਸਲ ਮਨੋਰਥ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੈ। ਇਸ ਦੀ ਖਾਤਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ, ਪ੍ਰਭੂ ਦੇ ਗੁਣ ਗਾਏ ਜਾਣ। ਸੋ ਹੇ ਕਬੀਰ, ਸਦਾ ਇਉਂ ਆਖ, ਹੇ ਪ੍ਰਭੂ, ਤੂੰ ਹੀ ਸਭ ਤੋਂ ਵੱਡਾ ਹੈ, ਤੇਰਾ ਹੀ ਨਾਮ ਸਭ ਤੋਂ ਵੱਡਾ ਹੈ। ਪਰ ਇਸ ਸਿਫਤ ਸਲਾਹ ਦੇ ਨਾਲ ਨਾਲ ਹੇ ਕਬੀਰ, ਜੇ ਤੂੰ ਪਹਿਲਾਂ ਆਪਣੇ ਸਰੀਰ ਦਾ ਮੋਹ ਵੀ ਤਿਆਗੇ, ਤਦੋਂ ਹੀ ਪਰਮਾਤਮਾ ਦਾ ਨਾਮ ਰੂਪ ਰਤਨ ਮਿਲਦਾ ਹੈ। ਕਬੀਰ ਝੰਖ ਨ ਝੰਕੀਐ, ਤੁਮਰੋ ਕਹਿਓ ਨ ਹੋਏ। ਕਰਮ ਕਰੀਮ ਜੋ ਕਰ ਰਹੇ, ਮੇਟ ਨ ਸਾਕੇ ਕੋਏ। ਹੇ ਕਬੀਰ, ਸਰੀਰ ਤਜਨ ਦਾ ਭਾਵ ਇਹ ਹੈ ਕਿ ਦੁਨੀਆ ਦੀ ਖਾਤਰ ਗਿਲੇ ਗੁਜ਼ਾਰੀ ਨਾ ਕਰਦੇ ਰਹੀਏ। ਦੁਨੀਆ ਦੇ ਲਾਲਚ ਵਿੱਚ ਫਸਿਆ ਹੋਇਆ ਜੋ ਕੁਝ ਤੂੰ ਆਖਦਾ ਹੈ ਉਹੀ ਨਹੀਂ ਹੋ ਸਕਦਾ। ਸਿਫਤ ਸਲਾਹ ਕਰਨ ਦੇ ਨਾਲ ਨਾਲ ਇਹ ਵੀ ਯਕੀਨ ਰੱਖ ਕਿ ਬਖਸ਼ਿਸ਼ ਕਰਨ ਵਾਲੇ ਪ੍ਰਭੂ ਜੀ ਜੋ ਬਖਸ਼ਿਸ਼ਾਂ ਜੀਵਾਂ ਉੱਤੇ ਕਰਦੇ ਹਨ, ਉਹਨਾਂ ਨੂੰ ਕੋਈ ਹੋਰ ਜੀਵ ਵਧਾ ਘਟਾ ਨਹੀਂ ਸਕਦਾ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨ ਕੋਏ। ਰਾਮ ਕਸੌਟੀ ਸੋ ਸਹੈ, ਜੋ ਮਰ ਜੀਵਾ ਹੋਏ। ਹੇ ਕਬੀਰ, ਜੋ ਮਨੁੱਖ ਦੁਨੀਆ ਨਾਲ ਮੋਹ ਕਰਨ ਵਾਲਾ ਹੈ, ਉਹ ਉਸ ਕਸੌਟੀ ਉੱਤੇ ਖਰਾ ਸਾਬਤ ਨਹੀਂ ਹੁੰਦਾ, ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ। ਪ੍ਰਭੂ ਨਾਲ ਪ੍ਰੀਤ ਦੀ ਪਰਖ ਵਿੱਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਦੁਨੀਆ ਦੇ ਮੋਹ ਵੱਲੋਂ ਮਰ ਕੇ ਦੀਨ ਦੇ ਪਿਆਰ ਵਿੱਚ ਜਿਉਂ ਪਿਆ ਹੈ। ਕਬੀਰ ਉਜਲ ਪਹਿਰਹਿ ਕਾਪਰੇ, ਪਾਨ ਸੁਪਾਰੀ ਖਾਹੇ। ਏਕਸ ਹਰ ਕੇ ਨਾਮ ਬਿਨ, ਬਾਦੇ ਜਮਪੁਰ ਜਾਹੇ। ਹੇ ਕਬੀਰ, ਨਿਰੀ ਦੁਨੀਆ ਦੇ ਵਪਾਰੀ ਬੰਦੇ ਆਪਣੇ ਆਪ ਦੀ ਸ਼ੂਕਾ ਸ਼ਾਕੀ ਵਾਸਤੇ ਵਧੀਆ ਕੱਪੜੇ ਪਾਉਂਦੇ ਹਨ ਤੇ ਪਾਨ ਸੁਪਾਰੀਆਂ ਖਾਂਦੇ ਹਨ, ਪਰ ਸਰੀਰ ਨੂੰ ਸਜਾਈ ਰੱਖਣ ਦੇ ਮੋਹ ਨਾਲ ਬੱਝੇ ਹੋਏ ਹਨ। ਉਹ ਮਨੁੱਖ ਮੌਤ ਆਦਿਕ ਦੇ ਸਹਿਮ ਵਿੱਚ ਟਿਕੇ ਰਹਿੰਦੇ ਹਨ, ਕਿਉਂਕਿ ਉਹ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ। ਦੀਨ ਵਿਸਾਰ ਕੇ ਦੁਨੀ ਦਾ ਮੋਹ ਹਰ ਹਾਲਤ ਵਿੱਚ ਦੁਖਦਾਈ ਹੈ। ਕਬੀਰ ਬੇੜਾ ਜਰਜਰਾ, ਫੂਟੇ ਸ਼ੇਖ ਹਜ਼ਾਰ। ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਹੇ ਕਬੀਰ, ਜੇ ਇੱਕ ਬਹੁਤ ਹੀ ਪੁਰਾਣਾ ਜਹਾਜ਼ ਹੋਵੇ ਜਿਸ ਵਿੱਚ ਹਜ਼ਾਰਾਂ ਹੀ ਛੇਕ ਫੁੱਟ ਪਏ ਹੋਣ, ਉਹ ਆਖਰ ਸਮੁੰਦਰ ਵਿੱਚ ਡੁੱਬ ਹੀ ਜਾਂਦਾ ਹੈ। ਇਸ ਜਹਾਜ਼ ਦੇ ਮੁਸਾਫਿਰਾਂ ਵਿੱਚੋਂ ਸਿਰਫ ਉਹੀ ਬੰਦੇ ਤਰ ਕੇ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਨੇ ਕੋਈ ਭਾਰ ਨਹੀਂ ਚੁੱਕਿਆ ਹੁੰਦਾ, ਪਰ ਜਿਨ੍ਹਾਂ ਦੇ ਸਿਰਾਂ ਉੱਤੇ ਭਾਰ ਹੁੰਦਾ ਹੈ ਉਹ ਭਾਰ ਹੇਠ ਦੱਬ ਕੇ ਡੁੱਬ ਜਾਂਦੇ ਹਨ। ਕਬੀਰ ਹਾਡ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸ। ਇਹ ਜਗ ਜਰਤਾ ਦੇਖ ਕੇ, ਭਇਓ ਕਬੀਰ ਉਦਾਸ। ਦੀਨ ਨੂੰ ਵਿਸਾਰ ਕੇ ਨਿਰੀ ਦੁਨੀਆ ਦੀ ਖਾਤਰ ਦੌੜ ਭੱਜ ਕਰਦਿਆਂ ਮਨੁੱਖ ਆਪਣੇ ਸਰੀਰ ਦੇ ਮੋਹ ਵਿੱਚ ਇਤਨਾ ਫਸਦਾ ਹੈ ਕਿ ਹਰ ਵੇਲੇ ਮੌਤ ਤੋਂ ਸਹਿਮਿਆ ਰਹਿੰਦਾ ਹੈ। ਫਿਰ ਵੀ ਇਹ ਸਰੀਰ ਸਦਾ ਕਾਇਮ ਨਹੀਂ ਰਹਿ ਸਕਦਾ, ਮੌਤ ਆ ਹੀ ਜਾਂਦੀ ਹੈ। ਤਦੋਂ ਹੇ ਕਬੀਰ, ਸਰੀਰ ਨੂੰ ਚਿਖਾ ਤੇ ਪਾਇਆਂ ਹੱਡ ਲੱਕੜਾਂ ਵਾਂਗ ਸੜਦੇ ਹਨ, ਕੇਸ ਘਾਹ ਵਾਂਗ ਸੜਦੇ ਹਨ।
ਇਸ ਸਾਰੇ ਸੰਸਾਰ ਨੂੰ ਹੀ ਸੜਦਿਆਂ ਵੇਖ ਕੇ, ਭਾਵ ਇਹ ਵੇਖ ਕੇ ਕਿ ਸਭ ਜੀਵਾਂ ਦਾ ਇਸ ਸਰੀਰ ਨਾਲੋਂ ਵਿਛੋੜਾ ਆਖਿਰ ਜ਼ਰੂਰ ਹੁੰਦਾ ਹੈ, ਮੈਂ ਕਬੀਰ ਇਸ ਸਰੀਰ ਦੇ ਮੋਹ ਤੋਂ ਉਪਰਾਮ ਹੋ ਗਿਆ ਹਾਂ। ਮੈਂ ਸਰੀਰ ਦਾ ਮੋਹ ਛੱਡ ਦਿੱਤਾ ਹੈ। ਕਬੀਰ ਗਰਬ ਨ ਕੀਜੀਐ, ਚਾਮ ਲਪੇਟੇ ਹਾਡ, ਹੈਵਰ ਊਪਰ ਛਤਰ ਤਰ, ਤੇ ਫੁਨ ਧਰਨੀ ਗਾਡ। ਹੇ ਕਬੀਰ, ਇਸ ਸਰੀਰ ਦੀ ਜਵਾਨੀ, ਸੁੰਦਰਤਾ ਆਦਿਕ ਦਾ ਮਾਣ ਨਹੀਂ ਕਰਨਾ ਚਾਹੀਦਾ। ਆਖਿਰ ਹੈ ਤਾਂ ਇਹ ਹੱਡੀਆਂ ਦੀ ਮੁੱਠ ਜੋ ਚੰਮ ਨਾਲ ਲਪੇਟੀਆਂ ਹੋਈਆਂ ਹਨ। ਇਸ ਸਰੀਰ ਦਾ ਹੰਕਾਰ ਕਰਦੇ ਉਹ ਬੰਦੇ ਵੀ ਅੰਤ ਨੂੰ ਮਿੱਟੀ ਵਿੱਚ ਰਲੇ, ਜੋ ਵਧੀਆ ਘੋੜਿਆਂ ਉੱਤੇ ਸਵਾਰ ਹੁੰਦੇ ਸਨ ਤੇ ਜੋ ਝੁਲਦੇ ਛਤਰਾਂ ਹੇਠ ਬੈਠਦੇ ਸਨ। ਕਬੀਰ ਗਰਬ ਨ ਕੀਜੀਐ, ਊਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਊਪਰ ਜਾਮੈ ਘਾਸ। ਹੇ ਕਬੀਰ, ਆਪਣਾ ਉੱਚਾ ਮਹਿਲ ਵੇਖ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਵੀ 4 ਦਿਨ ਦੀ ਹੀ ਖੇਡ ਹੈ। ਮੌਤ ਆਉਣ 'ਤੇ ਇਸ ਮਹਿਲ ਨੂੰ ਛੱਡ ਕੇ ਅੱਜ ਭਲਕ ਹੀ ਮਿੱਟੀ ਵਿੱਚ ਰਲ ਜਾਣਾ ਹੈ। ਸਾਡੇ ਸਰੀਰ ਉੱਤੇ ਘਾਹ ਉੱਗ ਪਏਗਾ। ਕਬੀਰ ਗਰਬ ਨ ਕੀਜੀਐ, ਰੰਕ ਨ ਹਸੀਐ ਕੋਏ, ਅਜਹੂ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਹੇ ਕਬੀਰ, ਜੇ ਤੂੰ ਧਨਵਾਨ ਹੈ ਤਾਂ ਇਸ ਧਨ ਪਦਾਰਥ ਦਾ ਵੀ ਮਾਣ ਨਾ ਕਰੀ, ਨਾ ਕਿਸੇ ਕੰਗਾਲ ਨੂੰ ਵੇਖ ਕੇ ਠੱਠਾ ਮਖੌਲ ਕਰੀ। ਤੇਰੀ ਆਪਣੀ ਜੀਵਨ ਬੇੜੀ ਅਜੇ ਸਮੁੰਦਰ ਵਿੱਚ ਹੈ, ਪਤਾ ਨਹੀਂ ਕੀ ਹੋ ਜਾਏ। ਇਹ ਧਨ ਪਦਾਰਥ ਹੱਥੋਂ ਜਾਂਦਿਆਂ ਚਿਰ ਨਹੀਂ ਲੱਗਦਾ। ਕਬੀਰ ਗਰਬ ਨ ਕੀਜੀਐ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ, ਜਿਉ ਕਾ ਚੁਰੀ ਭੁਯੰਗ। ਹੇ ਕਬੀਰ, ਇਸ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਵੀ ਅਹੰਕਾਰ ਨਾ ਕਰੀਏ। ਇਹ ਸਰੀਰ ਵੀ ਥੋੜ੍ਹੇ ਦਿਨਾਂ ਵਿੱਚ ਹੀ ਛੱਡ ਜਾਓਗੇ, ਜਿਵੇਂ ਸੱਪ ਕੁੰਜ ਲਾ ਦਿੰਦਾ ਹੈ। ਜਿੰਦ ਤੇ ਸਰੀਰ ਦਾ ਵੀ ਸਦਾ ਨਿਭਵਾਂ ਸਾਥ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।